सत श्री अकाल टीवी पंजाब देख रहे सारे ही दर्शकों का स्वागत है। शुरुआत करते हैं खबरों की हैडलाइनस के नाल। कैनेडा के इमीग्रेशन विभाग ने किया ऐलान, कल यानी कि जुलाई 1 तो शुरू की जा रही है ऑनलाइन विजिटर वीज़ा दी अर्जियां संबंधी प्रक्रिया। होर की कुछ होवेगा शुरू, दसांगे खबरों विच। कैनेडा विच ट्रैवल ते लगाई गई रोक अज अद्धी रात तो हो जानी सी खत्म, पर दसांगे कैनेडा सरकार ने की कर दिता है नवा ऐलान। एयर कैनेडा ने 30 रूट्स ते जहाज़ां ਦੀਆਂ ਉਡਾਣਾਂ ਬੰਦ ਕਰਨ ਦਾ ਕੀਤਾ ਐਲਾਨ, ਦੱਸਾਂਗੇ ਕਿੱਥੇ ਲਈ ਤੇ ਕਿਉਂ ਲਿਆ ਗਿਆ 에ਅਰ ਕੈਨੇਡਾ ਵੱਲੋਂ ਇਹ ਫੈਸਲਾ। ਕੈਨੇਡਾ ਦੀ ਔਰਤ ਲਈ ਅਮਰੀਕਾ ਵਿੱਚ ਸੁਣਾਈ ਗਈ 6 ਸਾਲ ਲਈ ਜੇਲ੍ਹ ਦੀ ਸਜ਼ਾ, ਦੱਸਾਂਗੇ ਕਿਵੇਂ ਆਨਲਾਈਨ ਖਰੀਦ ਰਹੀ ਸੀ ਕੈਮੀਕਲ ਵੈਪਨ। ਬ੍ਰਿਟਿਸ਼ ਕੋਲੰਬੀਆ ਦੇ ਕਿਹੜੇ ਹਿੱਸੇ ਵਿੱਚ ਆ ਸਕਦਾ ਹੈ ਹੜ੍ਹ, ਵਾਤਾਵਰਣ ਵਿਭਾਗ ਦੀ ਚੇਤਾਵਨੀ ਦੇ ਬਾਰੇ ਦੱਸਾਂਗੇ। ਓਨਟਾਰੀਓ ਵਿੱਚ ਜਿੱਥੇ ਸੈਲੂਨਸ 'ਚ ਫੈਲਿਆ कोरोना वायरस अधिकारी कर रहे ने जांच, शायद बिना इजाजत दूजा पड़ाव खोलण तो पहला ही चल रहा सी पार्लर च काम। सरी दे सिनेमा शुक्रवार तो खुलण जा रहे ने, हर एक लई $5 होवेगी टिकट। इस तरह अज 2 वड्डे ऐलान किए गए ने कैनेडा के इमीग्रेशन विभाग के वलों भी ते बॉर्डर एजेंसीज के वलों, एक ट्रैवल के बारे ते एक वीज़ा एप्लीकेशनस के बारे। ट्रैवल के बारे असीं तुहानूं बाद च दसदे हां, सब तो पहलां गल करदे हां वीज़ा एप्लीकेशनस के बारे। इस दे बारे कैनेडा के इमीग्रेशन विभाग ने अज ही ऐलान किया है कि जुलाई 1 यानी कि कल तो विजिटर वीज़ा के वास्ते जिहड़ियां ऑनलाइन एप्लीकेशनस ने उन्हां दी प्रक्रिया शुरू की जा रही है, पर जिहड़ियां फाइलां ने पेपर वर्क दे नाल संबंधित ने वो हजे शुरू नहीं कीतियां जाणगियां जदों तक अगे कोई नोटिस इमीग्रेशन विभाग दे वल्लों जारी नहीं किया जाता। पर कल तो विजिटर वीज़ा के वास्ते जिहड़ी ऑनलाइन एप्लीकेशन की प्रक्रिया है वो शुरू की जा रही है। सिर्फ विजिटर वीज़ा ही नहीं सगों ट्रांजिट वीज़ा ते इलैक्ट्रॉनिक ट्रैवल ऑथराइजेशनस यानी कि ETAs ਨੂੰ शुरू किया जा रहा है इन्हां दी फाइलों की प्रक्रिया ਨੂੰ, जिस दे विच उन्हां ने कहा कि ना सिर्फ ये सगों पहलां तो जिहड़े स्टडी परमिट ने ते वर्क परमिट दी एप्लीकेशनस ने जो कि ऑनलाइन उन्हां कोल जमा करवाईयां गईयां ने, जिन्हां दे नाल PR ਦੇ ਵਾਸਤੇ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਸਾਰਿਆਂ ਨੂੰ ਪਹਿਲਾਂ ਵੀ ਪ੍ਰਕਿਰਿਆ ਅਧੀਨ ਰੱਖਿਆ ਗਿਆ ਹੈ। ਇਹਨਾਂ ਦੀ ਪ੍ਰਕਿਰਿਆ ਪਹਿਲਾਂ ਵੀ ਚੱਲ ਰਹੀ ਹੈ। ਸਿਰਫ ਜਿਹੜੇ ਵਿਜ਼ਟਰ ਵੀਜ਼ਾ ਦੇ ਵਾਸਤੇ ਐਪਲੀਕੇਸ਼ਨਸ ਪੇਪਰ ਵਰਕ ਦੇ ਜ਼ਰੀਏ ਜਮ੍ਹਾਂ ਕਰਵਾਈਆਂ ਗਈਆਂ ਜਾਂ ਕਰਵਾਈਆਂ ਜਾਣੀਆਂ ਨੇ ਉਹ ਹਜੇ ਸ਼ੁਰੂ ਨਹੀਂ ਹੋਈਆਂ ਤੇ ਉਹਨਾਂ ਦੇ ਸ਼ੁਰੂ ਹੋਣ ਦੇ ਬਾਰੇ ਹਜੇ ਕੋਈ ਤਰੀਕ ਵੀ ਨਹੀਂ ਦੱਸੀ ਗਈ, ਜਿਸ ਕਰਕੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੇਕਰ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਤੁਸੀਂ ਲਵਾਉਂਦੇ ਵੀ ਹੋ ਤਾਂ ਕੁਝ ਅਜਿਹੇ ਸਮੇਂ ਦੇ ਵਾਸਤੇ ਨਾ ਲਗਾਈ ਜਾਵੇ ਜਿਸ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨ ਹੈ, ਜਿਹੜੀ ਜਦੋਂ ਤੱਕ ਰੋਕ ਲਗਾਈ ਗਈ ਹੈ ਕੈਨੇਡਾ ਵਿੱਚ ਆਉਣ ਤੋਂ ਉਦੋਂ ਦੇ ਦਰਮਿਆਨ ਹੋਵੇ ਉਸ ਸਮੇਂ ਦੇ, ਤਾਂ ਉਹ ਵੀਜ਼ਾ ਸ਼ਾਇਦ ਨਹੀਂ ਲੱਗੇ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜਾ ਕੈਨੇਡਾ ਵਿੱਚ ਆਉਣ ਦੇ ਬਾਰੇ ਰੋਕ ਲਗਾਈ ਗਈ ਹੈ ਉਸੇ ਤਰ੍ਹਾਂ ਹਜੇ ਲਾਗੂ ਹੈ, ਜਿਸ ਕਰਕੇ ਕੁਝ ਉਸੇ ਤਰ੍ਹਾਂ ਐਪਲੀਕੇਸ਼ਨਸ ਨੂੰ ਲਗਾਇਆ ਜਾਵੇ। ਤੇ ਆਨਲਾਈਨ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਅੱਗੇ ਜਿਹੜਾ ਅਗਲੇ ਸਮੇਂ ਦੇ ਵਾਸਤੇ ਕੁਝ ਸਮਾਂ ਲੰਘ ਕੇ ਜਦੋਂ ਲੱਗਦਾ ਕਿ COVID-19 ਦੇ ਹਾਲਾਤ ਦਾ ਸੁਧਾਰ ਹੋ ਸਕਦਾ ਹੈ ਵਿਜ਼ਟਰ ਵੀਜ਼ਾ ਨੂੰ ਲੈ ਕੇ, ਤਾਂ ਐਪਲੀਕੇਸ਼ਨਸ ਲਗਾਈਆਂ ਜਾ ਸਕਦੀਆਂ ਨੇ ਤੇ ਆਨਲਾਈਨ ਉਹਨਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜਿਹੜੀ ਹੋਰ ਦਫ਼ਤਰ ਖੁੱਲ੍ਹਣੇ ਨੇ ਜਾਂ ਬਾਇਓਮੈਟ੍ਰਿਕ ਹੋਣੇ ਨੇ ਹਜੇ ਉਸ ਦੇ ਬਾਰੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਹ ਜ਼ਰੂਰ ਹੈ ਕਿ CIC ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ, ਸੂਚੀ ਜਾਰੀ ਕੀਤੀ ਜਾ ਰਹੀ ਹੈ। ਇੱਕ ਸੂਚੀ ਦੇ ਬਾਰੇ ਅਸੀਂ ਤੁਹਾਨੂੰ ਕੱਲ੍ਹ ਦੱਸਿਆ ਵੀ ਸੀ, ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਕਈ ਦੇਸ਼ਾਂ ਵਿੱਚ ਬਾਇਓਮੈਟ੍ਰਿਕਸ ਦੇ ਵਾਸਤੇ ਦਫ਼ਤਰ ਨੇ ਜਿਹੜੇ ਵੀਜ਼ਾ ਐਪਲੀਕੇਸ਼ਨ ਆਫਿਸ ਨੇ ਉਹ ਖੁੱਲ੍ਹ ਵੀ ਗਏ ਨੇ, ਪਰ ਹਜੇ ਭਾਰਤ ਤੋਂ ਤਾਂ ਖੁੱਲ੍ਹਣ ਦੀ ਖਬਰ ਨਹੀਂ ਆਈ। ਪਰ ਸੂਚੀ ਦੇ ਵਿੱਚ ਤੁਸੀਂ CIC ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਤੇ ਲਗਾਤਾਰ ਉਸ ਦੇ ਉੱਤੇ ਨਜ਼ਰ ਬਣਾ ਕੇ ਰੱਖ ਸਕਦੇ ਹੋ ਕਿ ਹੋ ਸਕਦਾ ਕਿਸੇ ਦਿਨ ਜਦੋਂ ਖੁੱਲ੍ਹ ਜਾਵੇ ਤਾਂ ਉਸ ਸੂਚੀ ਦੇ ਵਿੱਚ ਭਾਰਤ ਦਾ ਤੇ ਉਸ ਵੀਜ਼ਾ ਐਪਲੀਕੇਸ਼ਨ ਆਫਿਸ ਦਾ ਨਾਮ ਵੀ ਸ਼ਾਮਲ ਹੋ ਜਾਵੇ। ਇਸ ਤਰ੍ਹਾਂ ਲਈ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਜੋ ਕਿ ਕੈਨੇਡਾ ਦੇ ਵਿੱਚ ਆਉਣ ਦੇ ਬਾਰੇ ਲਗਾਈ ਗਈ ਰੋਕ ਨਾਲ ਸੰਬੰਧਿਤ ਹੈ। ਦਰਅਸਲ 30 ਜੂਨ ਅੱਧੀ ਰਾਤ ਤੱਕ ਇਹ ਰੋਕ ਲਾਗੂ ਸੀ ਹੁਣ ਤੱਕ, ਪਰ ਅੱਜ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 30 ਹੋਰ ਦਿਨਾਂ ਵਾਸਤੇ ਇਸ ਰੋਕ ਨੂੰ ਵਧਾਇਆ ਜਾ ਰਿਹਾ ਹੈ। 31 ਜੁਲਾਈ ਤੱਕ ਟਰੈਵਲ ਵਾਸਤੇ ਜਿਹੜੀ ਰੋਕ ਕੈਨੇਡਾ ਸਰਕਾਰ ਨੇ ਲਗਾਈ ਹੋਈ ਹੈ ਉਹ ਹੋਰ ਜਾਰੀ ਰਹੇਗੀ। ਕੈਨੇਡਾ ਵਿੱਚ ਸਫ਼ਰ ਕਰਨ ਨੂੰ ਲੈ ਕੇ ਜਿਹੜੀ ਰੋਕ ਲਗਾਈ ਹੋਈ ਸੀ ਹੁਣ ਤੱਕ ਵਿਦੇਸ਼ੀਆਂ ਦੇ ਉੱਤੇ, ਉਹ ਅੱਜ ਅੱਧੀ ਰਾਤ ਨੂੰ ਖਤਮ ਹੋ ਜਾਣੀ ਸੀ, ਪਰ ਉਸ ਤੋਂ ਪਹਿਲਾਂ ਫੈਡਰਲ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ COVID-19 ਦਾ ਫੈਲਾਅ ਬੇਸ਼ੱਕ ਪਹਿਲਾਂ ਨਾਲੋਂ ਹੌਲੀ ਹੋ ਗਿਆ, ਪਰ ਇਹ ਹੋਰ ਜ਼ਿਆਦਾ ਨਾ ਵਧੇ, ਇਸ ਨੂੰ ਰੋਕਣ ਦੇ ਵਾਸਤੇ ਜੁਲਾਈ ਦੇ ਅੰਤ ਤੱਕ ਇਸ ਰੋਕ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ, ਜਿਸ ਨੂੰ ਕਿ 31 ਜੁਲਾਈ ਤੱਕ ਹੁਣ ਵਧਾਇਆ ਗਿਆ। ਮਾਰਚ ਦੇ ਵਿੱਚ ਕੈਨੇਡਾ ਸਫ਼ਰ ਕਰਨ ਨੂੰ ਲੈ ਕੇ ਇਹ ਰੋਕ ਲਗਾਈ ਗਈ ਸੀ ਤੇ ਹੁਣ ਵੀ 31 ਜੁਲਾਈ ਤੱਕ ਉਸੇ ਤਰ੍ਹਾਂ ਜਾਰੀ ਰਹੇਗੀ, ਜਿਸ ਦੇ ਵਿੱਚ ਸਿਰਫ ਕੈਨੇਡੀਅਨ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਤੇ ਨਾਲ ਹੀ ਅਮਰੀਕਾ ਤੋਂ ਕੁਝ ਖਾਸ ਜਿਹੜੇ ਕਿ ਸਿਰਫ ਖਾਸ ਕੰਮਾਂ ਦੇ ਲਈ ਆਉਂਦੇ ਨੇ
ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਇਹ ਬੈਨ ਲਾਗੂ ਹੁੰਦਾ ਹੈ। ਬਾਕੀ ਹੋਰ ਜਿਸ ਨੂੰ ਵੀ ਛੋਟ ਦਿੱਤੀ ਜਾ ਰਹੀ ਹੈ ਉਹਨਾਂ ਦੇ ਬਾਰੇ ਜਾਣਕਾਰੀ CIC ਦੀ ਵੈਬਸਾਈਟ ਦੇ ਉੱਤੇ ਮੌਜੂਦ ਹੈ। ਇਸ ਦੇ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਸਾਰੇ ਪੋਰਟਸ ਆਫ ਐਂਟਰੀ ਦੇ ਉੱਤੇ ਇਸ ਬੈਨ ਨੂੰ ਲਾਗੂ ਮੁੜ ਤੋਂ ਕੀਤਾ ਗਿਆ ਕਿ 1 ਮਹੀਨਾ ਹੋਰ ਇਹ ਇਸੇ ਤਰ੍ਹਾਂ ਰਹੇਗਾ, ਜਿਸ ਦੇ ਬਾਰੇ ਸਾਰੇ ਹੀ ਯਾਤਰੀਆਂ ਨੂੰ ਕਹਿ ਦਿੱਤਾ ਗਿਆ ਕਿ ਜਿਹੜੇ ਉਡੀਕ ਕਰ ਰਹੇ ਸਨ ਕਿ ਅੱਜ ਅੱਧੀ ਰਾਤ ਤੋਂ ਇਹ ਬੈਨ ਖਤਮ ਹੋਣ ਵਾਲਾ ਹੈ, ਪਰ ਹੁਣ ਇਹ ਬੈਨ 1 ਮਹੀਨਾ ਹੋਰ ਖਤਮ ਨਹੀਂ ਹੋਵੇਗਾ। 에ਅਰ ਕੈਨੇਡਾ ਦੇ ਵੱਲੋਂ ਵੱਡਾ ਘਾਟਾ ਪੈਣ ਦਾ ਜ਼ਿਕਰ ਕੀਤਾ ਗਿਆ ਹੈ। ਅੱਜ 에ਅਰ ਕੈਨੇਡਾ ਕੰਪਨੀ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਕਿੰਨਾ ਜ਼ਿਆਦਾ ਘਾਟਾ ਪਿਆ, ਜਿਸ ਤੋਂ ਉੱਭਰਨ ਦੇ ਵਾਸਤੇ ਉਹਨਾਂ ਨੂੰ ਕਾਫੀ ਲੰਮਾ ਚਿਰ ਲੱਗ ਸਕਦਾ ਹੈ। ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਰੂਟ ਨੇ ਜਿਹੜੇ ਉਹਨਾਂ ਨੇ ਬੰਦ ਕਰ ਦਿੱਤੇ ਨੇ ਕੈਨੇਡਾ ਦੇ ਵਿੱਚ। ਡੋਮੈਸਟਿਕ ਫਲਾਈਟਸ ਦੇ ਵਾਸਤੇ 에ਅਰ ਕੈਨੇਡਾ ਦੇ ਵੱਲੋਂ ਆਪਣੇ ਕਈ ਰੂਟ ਰੱਦ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 8 ਸਟੇਸ਼ਨ ਨੇ ਜਿਹੜੇ ਰੀਜਨਲ ਉਹਨਾਂ ਦੇ ਉੱਤੇ, ਤੇ ਨਾਲ ਹੀ 30 ਵੱਖੋ ਵੱਖਰੇ ਰੂਟ ਨੇ ਜਿਹੜੇ ਉਹ 에ਅਰ ਕੈਨੇਡਾ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਹੜੇ ਵੀ ਕੈਨੇਡਾ ਦੇ ਦਰਮਿਆਨ ਡੋਮੈਸਟਿਕ ਫਲਾਈਟਸ ਦੇ ਵਾਸਤੇ ਤੇ 에ਅਰਪੋਰਟਸ ਦੇ ਉੱਤੇ ਸਨ। ਪੂਰੀ ਸੂਚੀ 에ਅਰ ਕੈਨੇਡਾ ਨੇ ਆਪਣੀ ਵੈਬਸਾਈਟ ਦੇ ਉੱਤੇ ਜਾਰੀ ਕੀਤੀ ਹੈ ਕਿ ਕਿਹੜੇ-ਕਿਹੜੇ 에ਅਰਪੋਰਟ ਦੇ ਉੱਤੇ ਰੂਟ ਨੇ ਜਿਹੜੇ ਉਹਨਾਂ ਨੇ ਆਪਣੇ ਬੰਦ ਕਰ ਦਿੱਤੇ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਕੋਵਿਡ-19 ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਬੇਹੱਦ ਘਟੀ ਹੈ ਤੇ ਉਹ ਹੋਰ ਜ਼ਿਆਦਾ ਇਸ ਦੇ ਉੱਤੇ ਖਰਚਾ ਨਹੀਂ ਕਰ ਸਕਦੇ ਕਿ ਬਹੁਤ ਘੱਟ ਵਿਅਕਤੀਆਂ ਦੇ ਨਾਲ ਇੰਨੇ ਜ਼ਿਆਦਾ ਰੂਟਸ ਦੇ ਉੱਤੇ ਜਹਾਜ਼ ਚੱਲੀ ਜਾਣ। 에ਅਰ ਕੈਨੇਡਾ ਦੇ ਨਾਲ ਮਿਲ ਕੇ ਜਿਹੜੀ ਕੰਪਨੀ ਕਰਦੀ ਹੈ ਕੰਮ, ਜੈਜ਼ ਏਅਰਵੇਜ਼, ਉਹਨਾਂ ਦੇ ਵੱਲੋਂ ਜਿਹੜੇ ਇਹ ਜਹਾਜ਼ ਚਲਾਏ ਜਾ ਰਹੇ ਸਨ, ਉਹਨਾਂ ਦੇ ਵੱਲੋਂ ਇਹਨਾਂ ਰੂਟਸ ਨੂੰ ਬੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ 에ਅਰ ਕੈਨੇਡਾ ਨੂੰ ਨੁਕਸਾਨ ਹੋਇਆ ਕੋਵਿਡ-19 ਦੇ ਕਰਕੇ, ਉਸ ਤੋਂ ਉੱਭਰਨ ਦੇ ਵਾਸਤੇ ਘੱਟੋ ਘੱਟ 3 ਸਾਲ ਦਾ ਸਮਾਂ ਲੱਗ ਸਕਦਾ ਹੈ। ਜਿਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਵੱਡਾ ਵਿੱਤੀ ਪੱਧਰ ਦੇ ਉੱਤੇ ਕੰਪਨੀ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਕੰਪਨੀ ਵੱਡੇ ਘਾਟੇ ਦਾ ਸਾਹਮਣਾ ਕਰ ਰਹੀ ਹੈ। ਇੱਥੇ ਜ਼ਿਕਰ ਖਾਸ ਹੈ ਕਿ 에ਅਰਲਾਈਨਸ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਟਿਕਟਾਂ 2-2 ਸਾਲ ਤੱਕ ਦੀਆਂ ਜਾਂ ਫਿਰ 1.5 ਸਾਲ ਜਾਂ ਸਾਲ ਤੱਕ ਦੀਆਂ ਵੀ ਲੋਕਾਂ ਨੇ ਜਿਹੜੀਆਂ ਬੁੱਕ ਕਰਵਾਈਆਂ ਹੋਈਆਂ ਸਨ, ਉਹ ਜਦੋਂ ਰੱਦ ਕਰਵਾਈਆਂ ਤਾਂ ਨਾਲ ਹੀ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਟਿਕਟਸ ਦੇ ਪੈਸਿਆਂ ਨੂੰ ਮੋੜਨ ਦੇ ਵਾਸਤੇ ਵੀ ਦਬਾਅ ਬਣਾਇਆ ਗਿਆ। ਪਰ ਜੇਕਰ ਉਹ ਮੋੜਦੇ ਸਨ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਵਿੱਤੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਵੱਡੀ ਗਿਣਤੀ ਦੇ ਵਿੱਚ 에ਅਰਲਾਈਨਸ ਦੇ ਵੱਲੋਂ ਆਪਣੇ ਕਾਮਿਆਂ ਨੂੰ ਕੰਮ ਤੋਂ ਹਟਾਇਆ ਗਿਆ, ਕਿਉਂਕਿ ਕੰਮ ਇਸ ਸਮੇਂ ਇੰਨਾ ਜ਼ਿਆਦਾ ਘਟ ਗਿਆ ਤੇ 에ਅਰਲਾਈਨਸ ਨੇ ਨੁਕਸਾਨ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ। ਪਰ ਨਾਲ ਹੀ ਇਹ ਵੀ ਹੈ ਕਿ ਕੋਵਿਡ-19 ਦੌਰਾਨ ਜਿੰਨੀ ਵੀ ਇਜਾਜ਼ਤ ਮਿਲ ਰਹੀ ਹੈ ਤੇ ਹਾਲਾਤ ਦੇ ਮੁਤਾਬਕ ਜਿੰਨਾ ਵੀ 에ਅਰਲਾਈਨਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਹੁਣ ਉਸ ਦੇ ਵਿੱਚ ਮੰਨਿਆ ਜਾ ਰਿਹਾ ਕਿ ਉਸ ਘਾਟੇ ਦੀ ਪੂਰਤੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਟਿਕਟਾਂ ਦੀ ਕੀਮਤ ਇੰਨੀ ਜ਼ਿਆਦਾ ਮਹਿੰਗੀ ਕਰ ਦਿੱਤੀ ਗਈ ਹੈ, ਜੋ ਕਿ ਆਮ ਲੋਕਾਂ ਦੇ ਉੱਤੇ ਵੀ ਕਾਫੀ ਬੋਝ ਪੈ ਰਿਹਾ ਹੈ, ਕਿਉਂਕਿ ਜਿਨ੍ਹਾਂ ਨੇ ਪਹਿਲਾਂ ਟਿਕਟਸ ਬੁੱਕ ਕਰਵਾਈਆਂ ਹੋਈਆਂ ਸਨ, ਉਹਨਾਂ ਦੀਆਂ ਰੱਦ ਹੋਈਆਂ, ਕਈਆਂ ਦੇ ਪੈਸੇ ਵੀ ਨਹੀਂ ਮੁੜੇ ਤੇ ਉਹਨਾਂ ਨੂੰ ਦੁਬਾਰਾ ਅਜਿਹੇ ਸਮੇਂ ਵਿੱਚ ਟਿਕਟਸ ਬੁੱਕ ਕਰਵਾਉਣੀਆਂ ਪੈ ਰਹੀਆਂ ਨੇ ਮਜਬੂਰੀ ਵਿੱਚ, ਜਦੋਂ ਰੇਟ ਦੁੱਗਣੇ ਤੋਂ ਚੌਗਣੇ ਤੱਕ ਹੋਏ ਪਏ ਨੇ, ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕੰਪਨੀਜ਼ ਨੂੰ ਤਾਂ ਸਰਕਾਰਾਂ ਵੱਲੋਂ ਵੀ ਤੇ ਹੋਰ ਜਿਹੜੇ ਵੱਖੋ ਵੱਖਰੇ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਦੇ ਮੁਤਾਬਕ ਵੀ ਕਈ ਤਰ੍ਹਾਂ ਦੀ ਮਦਦ ਮਿਲ ਜਾਂਦੀ ਹੈ, ਪਰ ਆਮ ਲੋਕਾਂ ਦੇ ਵਿੱਚ ਜਿਹੜਾ ਇਸ ਸਮੇਂ ਹਰ ਇੱਕ ਤੇ ਬੋਝ ਪੈ ਰਿਹਾ ਹੈ, ਮਜਬੂਰੀ ਵਿੱਚ ਉਹਨਾਂ ਨੂੰ ਅਜਿਹੇ ਵਿੱਚ ਯਾਤਰਾ ਕਰਨੀ ਪੈ ਰਹੀ ਹੈ, ਉਸ ਦੇ ਵਿੱਚ ਜਿਹੜਾ ਵਿੱਤੀ ਬੋਝ ਪੈ ਰਿਹਾ ਹੈ ਉਸ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ। ਪਰ 에ਅਰਲਾਈਨਸ ਦੇ ਵੱਲੋਂ ਵੀ ਇੱਕ ਇੱਕ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੋਵਿਡ-19 ਦੇ ਕਰਕੇ ਜਿਹੜਾ ਉਹਨਾਂ ਨੂੰ ਘਾਟਾ ਪਿਆ ਹੈ, ਉਸ ਦੇ ਵਿੱਚੋਂ ਉੱਭਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਲੰਮਾ ਚਿਰ ਲੱਗ ਸਕਦਾ ਹੈ। ਅਗਲੀ ਖਬਰ ਹੈ ਕਿ ਕੈਨੇਡਾ ਦੇ ਵਿਨੀਪੈਗ ਦੀ ਇੱਕ ਔਰਤ ਸੀ, ਜਿਸ ਨੇ ਕਿ ਆਨਲਾਈਨ ਅਜਿਹੀਆਂ ਵੈਬਸਾਈਟਸ ਦੀ ਵਰਤੋਂ ਕੀਤੀ ਜਿਨ੍ਹਾਂ ਨੂੰ ਕੁਝ ਖਾਸ ਸੌਫਟਵੇਅਰਸ ਨਾਲ ਹੀ ਵਰਤਿਆ ਜਾ ਸਕਦਾ ਹੈ, ਕਿਉਂਕਿ ਆਮ ਉਹ ਵੈਬਸਾਈਟ ਬੈਨ ਹੁੰਦੀਆਂ ਨੇ। ਅਜਿਹੀ ਵੈਬਸਾਈਟ 'ਤੇ ਜਾ ਕੇ ਜਦੋਂ ਉਸਨੇ ਕੈਮੀਕਲ ਹਥਿਆਰ ਖਰੀਦਿਆ ਤਾਂ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਉਹ ਕੈਮੀਕਲ ਹਥਿਆਰ ਇੱਕ FBI ਏਜੰਟ ਤੋਂ ਖਰੀਦਿਆ ਹੈ। ਤੇ ਉਸ ਤੋਂ ਬਾਅਦ ਕੀ ਹੋਇਆ ਉਹ ਤੁਹਾਨੂੰ ਦੱਸਦੇ ਹਾਂ। ਕੈਨੇਡਾ ਦੇ ਵਿੱਚ ਵਿਨੀਪੈਗ ਦੀ ਰਹਿਣ ਵਾਲੀ ਇੱਕ ਔਰਤ ਨੂੰ ਅਮਰੀਕਾ ਨੇ 6 ਸਾਲ ਦੇ ਲਈ ਸਜ਼ਾ ਦਾ ਐਲਾਨ ਕੀਤਾ ਹੈ। 6 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਇਸ ਕਰਕੇ ਐਲਾਨੀ ਗਈ ਹੈ ਕਿਉਂਕਿ ਇਸ ਔਰਤ ਨੇ ਡਾਰਕ ਵੈਬ ਦੇ ਉੱਤੇ ਜਾ ਕੇ, ਦਰਅਸਲ ਇਹ ਆਨਲਾਈਨ ਅਜਿਹੀਆਂ ਵੈਬਸਾਈਟਸ ਹੁੰਦੀਆਂ ਨੇ ਜਿੱਥੇ ਕੁਝ ਖਾਸ ਸੌਫਟਵੇਅਰਸ ਦੇ ਰਾਹੀਂ ਹੀ ਜਾਇਆ ਜਾ ਸਕਦਾ ਹੈ ਕਿਉਂਕਿ ਉਹ ਬੈਨ ਹੁੰਦੀਆਂ ਨੇ। ਉੱਥੇ ਜਾ ਕੇ ਉਸਨੇ ਕੈਮੀਕਲ ਹਥਿਆਰ ਖਰੀਦਣ ਦੀ ਕੋਸ਼ਿਸ਼ ਕੀਤੀ। 37 ਸਾਲਾ ਸੇਜੀ ਲਿਓ, ਜਿਸ ਨੂੰ ਕਿ ਅਮਰੀਕਾ ਦੇ ਡਿਸਟ੍ਰਿਕਟ ਕੋਰਟ ਨਾਰਥ ਡਕੋਟਾ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। ਇਹ 22 ਜੂਨ ਨੂੰ ਸਜ਼ਾ ਸੁਣਾਈ ਗਈ ਹੈ, ਜਿਸ ਨੂੰ ਕਿ ਕੈਮੀਕਲ ਹਥਿਆਰ ਖਰੀਦਣ ਦੀ ਕੋਸ਼ਿਸ਼ ਦੇ ਵਿੱਚ ਦੋਸ਼ੀ ਪਾਇਆ ਗਿਆ। ਅਦਾਲਤ ਦੇ ਕਾਗਜ਼ ਦੱਸਦੇ ਨੇ ਕਿ ਲਿਓ ਡਾਰਕ ਵੈਬ ਦੇ ਉੱਤੇ ਗਈ, ਜਿਸ ਨੇ ਕਿ ਇੰਟਰਨੈਟ ਦੇ ਉੱਤੇ ਇੱਕ ਖਾਸ ਸੌਫਟਵੇਅਰ ਦੀ ਮਦਦ ਲਈ ਉੱਥੇ ਜਾਣ ਦੇ ਵਾਸਤੇ ਤੇ ਫਿਰ ਖਤਰਨਾਕ ਹਥਿਆਰ ਖਰੀਦਿਆ, ਜਿਸ ਤੋਂ ਬਾਅਦ
ਉਸਨੂੰ ਨਹੀਂ ਸੀ ਪਤਾ ਕਿ ਜਿਸ ਦੇ ਨਾਲ ਉਹ ਗੱਲ ਕਰ ਰਹੀ ਹੈ ਦਰਅਸਲ ਉਹ ਅੰਡਰਕਵਰ ਏਜੰਟ ਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ, ਯਾਨੀ ਕਿ FBI ਦੇ ਏਜੰਟ ਨਾਲ ਹੀ ਉਹ ਗੱਲ ਕਰ ਰਹੀ ਸੀ, ਜਿਸ ਨੇ ਕਿ ਉਸਨੂੰ ਉਸ ਹਥਿਆਰ ਨੂੰ ਦੇਣ ਦੇ ਵਾਸਤੇ ਨਾਰਥ ਡਕੋਟਾ ਦੇ ਵਿੱਚ ਬੁਲਾਇਆ, ਜਿੱਥੇ ਕਿ ਪੈਂਬੀਨਾ ਦੇ ਵਿੱਚ ਇੱਕ ਸਟੋਰ ਦੇ ਉੱਤੇ ਗਲਤ ਨਾਮ ਦੇ ਕੇ ਉੱਥੇ ਇੱਕ ਪੈਕੇਜ ਰੱਖਿਆ ਗਿਆ। ਮਾਰਚ 2019 ਨੂੰ ਲਿਓ ਕੈਨੇਡਾ ਤੋਂ ਉੱਥੇ ਪਹੁੰਚੀ ਤੇ ਉੱਥੇ ਜਾ ਕੇ ਉਸਨੇ ਜਦੋਂ ਉਹ ਪੈਕੇਜ ਚੱਕਣ ਦੀ ਕੋਸ਼ਿਸ਼ ਕੀਤੀ ਤਾਂ FBI ਏਜੰਟ ਸਮੇਤ ਅਧਿਕਾਰੀਆਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਹੁਣ ਅਧਿਕਾਰੀਆਂ ਨੇ ਦੱਸਿਆ ਕਿ ਹਜੇ ਉਸਨੂੰ ਅਮਰੀਕਾ ਦੇ ਵਿੱਚ ਹੀ ਰੱਖਿਆ ਗਿਆ, ਪਰ ਬਾਕੀ ਦੀ ਸਜ਼ਾ ਕੱਟਣ ਦੇ ਵਾਸਤੇ ਉਸਨੂੰ ਕੈਨੇਡਾ ਭੇਜਿਆ ਜਾਵੇਗਾ। ਇੱਥੇ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਔਰਤ ਦੇ ਮਨਸੂਬੇ ਕਾਫੀ ਗਲਤ ਹੋ ਸਕਦੇ ਸਨ, ਜਿਸ ਤੋਂ ਬਾਅਦ ਉਸ ਕੈਮੀਕਲ ਹਥਿਆਰ ਦੇ ਨਾਲ ਉਹ ਕਾਫੀ ਜ਼ਿਆਦਾ ਨੁਕਸਾਨ ਵੀ ਕਰ ਸਕਦੀ ਸੀ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਖੇਤਰਾਂ ਵਿੱਚ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ। ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਵਾਤਾਵਰਣ ਵਿਭਾਗ ਨੇ ਕਿਹਾ ਕਿ ਹੜ੍ਹ ਜ਼ਿਆਦਾ ਆਉਣ ਦਾ ਇਹਨਾਂ ਖੇਤਰਾਂ ਦੇ ਵਿੱਚ ਖਤਰਾ ਬਣਿਆ ਰਹੇਗਾ, ਜਿਸ ਦੇ ਲਈ ਉਹਨਾਂ ਨੇ 3 ਖੇਤਰਾਂ ਦਾ ਜ਼ਿਕਰ ਕੀਤਾ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਨਾਰਦਰਨ ਰੌਕੀਜ਼, ਅਪਰ ਫਰੇਜ਼ਰ, ਚਿਲਕੋਟਨ ਖੇਤਰਾਂ ਵਿੱਚ ਹੜ੍ਹ ਆਉਣ ਦਾ ਖਦਸ਼ਾ ਬਣਿਆ ਰਹੇਗਾ, ਜਿਸ ਦੇ ਵਿੱਚ BC ਰਿਵਰ ਫੋਰਕਾਸਟ ਸੈਂਟਰ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਕਾਫੀ ਜ਼ਿਆਦਾ ਮਜ਼ਬੂਤ ਤੂਫਾਨ ਆਇਆ, ਜਿਸ ਤੋਂ ਬਾਅਦ ਅਸਰ ਪੈ ਸਕਦਾ ਹੈ ਕਿ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਹੈ ਤੇ ਸ਼ੁੱਕਰਵਾਰ ਤੱਕ ਇਹਨਾਂ ਖੇਤਰਾਂ ਵਿੱਚ ਹੜ੍ਹ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿੱਥੇ ਕਿ 20 ਤੋਂ ਲੈ ਕੇ 100 ਮਿਲੀਮੀਟਰ ਤੱਕ ਮੀਂਹ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਵੀਕਐਂਡ ਦੇ ਦੌਰਾਨ। ਤੇ ਹਫ਼ਤੇ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਵਧਣ ਦਾ ਪਹਿਲਾਂ ਹੀ ਖਦਸ਼ਾ ਪ੍ਰਗਟਾਇਆ ਗਿਆ ਹੈ ਤੇ ਫਿਰ ਜਦੋਂ ਵੀਕਐਂਡ ਦੇ ਉੱਤੇ ਮੀਂਹ ਆਉਂਦਾ ਹੈ ਤਾਂ ਉਹ ਖਤਰਾ ਹੋਰ ਜ਼ਿਆਦਾ ਵੱਧ ਜਾਵੇਗਾ, ਜਿਸ ਕਰਕੇ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਨਾਰਦਰਨ ਰੌਕੀਜ਼ ਖੇਤਰ ਦੇ ਵਿੱਚ ਨਦੀਆਂ ਦਾ ਪਾਣੀ ਕਾਫੀ ਜ਼ਿਆਦਾ ਉੱਪਰ ਤੱਕ ਆ ਸਕਦਾ ਹੈ ਤੇ ਕਈ ਖੇਤਰਾਂ ਵਿੱਚ ਲੋਕਾਂ ਨੂੰ ਵੀ ਇਸ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ, ਉਹਨਾਂ ਨੂੰ ਜਾਣਕਾਰੀ ਪਹੁੰਚਾ ਦਿੱਤੀ ਗਈ ਹੈ, ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਜਿਸ ਦੇ ਵਿੱਚ ਖਾਸ ਤੌਰ ਤੇ ਵੀਕਐਂਡ ਦੇ ਲਈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਨਦੀਆਂ ਦੇ ਬਹੁਤਾ ਨੇੜੇ ਨਾ ਜਾਣ, ਕਿਉਂਕਿ ਪਾਣੀ ਦਾ ਵਹਾਅ ਜਿਹੜਾ ਉਹ ਕਾਫੀ ਜ਼ਿਆਦਾ ਤੇਜ਼ ਹੋ ਸਕਦਾ ਹੈ ਤੇ ਉਹਨਾਂ ਦੇ ਨੇੜੇ ਜਾਣਾ ਖਤਰਨਾਕ ਵੀ ਸਾਬਤ ਹੋ ਸਕਦਾ ਹੈ, ਜਿਸ ਕਰਕੇ ਸਭ ਦੇ ਲਈ ਚੇਤਾਵਨੀ ਪਹਿਲਾਂ ਤੋਂ ਹੀ ਜਾਰੀ ਕਰ ਦਿੱਤੀ ਗਈ ਹੈ। ਸਿਰਫ ਕੈਨੇਡਾ ਹੀ ਨਹੀਂ ਸਗੋਂ ਵੱਖੋ ਵੱਖਰੇ ਖੇਤਰਾਂ ਵਿੱਚ ਸਥਾਨਕ ਸਰਕਾਰਾਂ ਦੇ ਵੱਲੋਂ ਫੈਸਲੇ ਜਿਹੜੇ ਲਏ ਜਾ ਰਹੇ ਨੇ ਵੱਖੋ ਵੱਖਰੇ, ਉਹਨਾਂ ਦੇ ਉੱਤੇ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਸਭ ਤੋਂ ਇੱਥੇ ਅਹਿਮ ਹੈ ਕਿ ਮਾਸਕ ਪਾਉਣੇ, ਕਈ ਥਾਵਾਂ ਦੇ ਉੱਤੇ ਮਾਸਕ ਪਾਉਣੇ ਲਾਜ਼ਮੀ ਕੀਤੇ ਗਏ ਨੇ ਤੇ ਕਈ ਸਰਕਾਰਾਂ ਆਪੋ ਆਪਣੇ ਪੱਧਰ ਦੇ ਉੱਤੇ ਫੈਸਲੇ ਲੈ ਰਹੀਆਂ ਨੇ। ਜੇਕਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਤੋਂ ਜੋ ਚੀਫ ਮੈਡੀਕਲ ਆਫਿਸਰ ਡਾਕਟਰ ਬੋਨੀ ਹੈਨਰੀ ਨੇ, ਉਹਨਾਂ ਨੇ ਐਲਾਨ ਕੀਤਾ ਹੈ ਕਿ ਮਾਸਕ ਪਾਉਣੇ ਉਹ ਲਾਜ਼ਮੀ ਨਹੀਂ ਕਰ ਰਹੇ ਨੇ, ਕਿਉਂਕਿ ਜਦੋਂ ਤੱਕ ਬਹੁਤ ਜ਼ਿਆਦਾ ਗਿਣਤੀ 'ਚ ਕੇਸ ਕੋਵਿਡ-19 ਦੇ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਅਜਿਹਾ ਫੈਸਲਾ ਨਹੀਂ ਲਿਆ ਜਾ ਸਕਦਾ। ਇਸ ਸਮੇਂ ਕੇਸਾਂ ਦੀ ਗਿਣਤੀ ਕਾਫੀ ਘਟੀ ਹੈ ਤੇ ਕੁਝ ਦਿਨ ਤੋਂ ਮੌਤਾਂ ਦੇ ਮਾਮਲੇ ਵੀ ਸਾਹਮਣੇ ਨਹੀਂ ਆ ਰਹੇ ਤੇ ਅੱਜ ਜੋ ਐਲਾਨ ਕੀਤਾ ਗਿਆ ਉਸ ਦੇ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਡਾਕਟਰ ਬੋਨੀ ਹੈਨਰੀ ਨੇ ਜ਼ਿਕਰ ਕੀਤਾ ਕਿ ਜਿਹੜੇ ਮਾਸਕ ਪਾਉਣੇ ਨੇ ਉਹ ਹਜੇ ਲਾਜ਼ਮੀ ਨਹੀਂ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਪਬਲਿਕ ਥਾਵਾਂ ਦੇ ਉੱਤੇ ਲੋਕ ਆਪਣੀ ਮਰਜ਼ੀ ਨਾਲ ਪਾ ਸਕਦੇ ਨੇ, ਜਿਵੇਂ ਕਈ ਬਿਜ਼ਨੈਸਿਸ ਨੇ ਉਹਨਾਂ ਦੇ ਵੱਲੋਂ ਲਾਜ਼ਮੀ ਕੀਤਾ ਗਿਆ ਕਿ ਜੇਕਰ ਉੱਥੇ ਕਿਸੇ ਨੇ ਆਉਣਾ ਤਾਂ ਉਹ ਮਾਸਕ ਜ਼ਰੂਰ ਪਾਵੇ ਤੇ ਇਸ ਦੇ ਨਾਲ ਹੀ ਟਰਾਂਸਪੋਰਟ ਦੇ ਵਿੱਚ ਵੀ ਕੀਤਾ ਗਿਆ ਕਿ ਬੱਸਾਂ ਦੇ ਵਿੱਚ ਮਾਸਕ ਪਾਉਣੇ ਯਾਤਰੀਆਂ ਨੂੰ ਕਹੇ ਜਾ ਰਹੇ ਨੇ, ਕਿਉਂਕਿ ਜਿਹੜੀਆਂ ਥਾਵਾਂ ਦੇ ਉੱਤੇ ਦੂਜੇ ਵਿਅਕਤੀਆਂ ਦੇ ਦਰਮਿਆਨ ਵਿੱਥ ਬਣਾ ਕੇ ਰੱਖਣ ਨੂੰ ਦਿੱਕਤ ਆਉਂਦੀ ਹੈ ਉਹਨਾਂ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਹੈ। ਪਰ ਡਾਕਟਰ ਬੋਨੀ ਹੈਨਰੀ ਨੇ ਅੱਜ ਸਾਫ਼ ਕਿਹਾ ਕਿ ਮਾਸਕ ਪਾਉਣੇ ਲਾਜ਼ਮੀ ਨਹੀਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੇਅਰ ਹੋਮਸ ਦੇ ਅੰਦਰ ਵਿਜ਼ਟਰਸ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਬਹੁਤ ਸਾਰੇ ਬਜ਼ੁਰਗ ਆਪਣੇ ਪਰਿਵਾਰਾਂ ਨੂੰ ਨਹੀਂ ਸੀ ਮਿਲ ਸਕਦੇ ਕੋਵਿਡ-19 ਦੇ ਕਰਕੇ। ਮਾਰਚ ਤੋਂ ਜਦੋਂ ਮਾਮਲੇ ਬਹੁਤ ਜ਼ਿਆਦਾ ਵਧੇ ਨੇ ਤਾਂ ਕੇਅਰ ਹੋਮਸ ਦੇ ਵਿੱਚ ਖਾਸ ਤੌਰ ਤੇ ਮਾਮਲੇ ਜਿਹੜੇ ਵੱਡੀ ਗਿਣਤੀ 'ਚ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਵਿਜ਼ਟਰਸ ਆਉਣਾ ਬੰਦ ਕਰ ਦਿੱਤਾ ਗਿਆ ਸੀ। ਡਾਕਟਰ ਬੋਨੀ ਹੈਨਰੀ ਨੇ ਅੱਜ ਜੋ ਐਲਾਨ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਜ਼ਟਰ ਆ ਸਕਦੇ ਨੇ, ਜਿਸ ਦੇ ਲਈ ਇੱਕ ਸੀਮਤ ਸਮਾਂ ਵੀ ਹੋਵੇਗਾ ਤੇ ਉਹ ਕੇਅਰ ਹੋਮਸ ਤੋਂ ਜਾਣਕਾਰੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਮਿਲ ਜਾਵੇਗੀ ਜਿਨ੍ਹਾਂ ਦੇ ਬਜ਼ੁਰਗ ਨੇ ਜਿਹੜੇ ਉਹ ਕੇਅਰ ਹੋਮਸ ਦੇ ਵਿੱਚ ਰਹਿੰਦੇ ਨੇ, ਜਿਸ ਤੋਂ ਬਾਅਦ ਉਹ ਸਮਾਂ ਲੈ ਕੇ ਉਹਨਾਂ ਨੂੰ ਮਿਲ ਸਕਦੇ ਨੇ, ਜਿਸ ਦੇ ਬਾਰੇ ਜਾਣਕਾਰੀ ਅੱਜ ਡਾਕਟਰ ਬੋਨੀ ਹੈਨਰੀ ਨੇ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਮਾਰਚ ਤੋਂ ਕੋਵਿਡ-19 ਕਾਫੀ ਜ਼ਿਆਦਾ ਫੈਲਿਆ, ਵਿਜ਼ਟਰਸ ਆਉਣਾ ਤਾਂ ਬੰਦ ਕਰ ਹੀ ਦਿੱਤਾ ਗਿਆ
ਸੀ, ਸਗੋਂ ਬਜ਼ੁਰਗਾਂ ਨੂੰ ਜ਼ਿਆਦਾ ਬਾਹਰ ਵੀ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਸਿਰਫ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਰਹਿਣਾ ਪੈ ਰਿਹਾ ਸੀ, ਜਿਸ ਕਰਕੇ ਉਹਨਾਂ ਨੂੰ ਕਈ ਸਹੂਲਤਾਂ ਜਾਂ ਫਿਰ ਕਈ ਐਪਲੀਕੇਸ਼ਨਸ ਜਾਂ ਫਿਰ ਕਈ ਤਰ੍ਹਾਂ ਦੀਆਂ ਅਜਿਹੀਆਂ ਚੀਜ਼ਾਂ ਦੇ ਨਾਲ ਉਹਨਾਂ ਦਾ ਮਨ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਜ਼ਿਆਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਪਰ ਹੁਣ ਜਿਵੇਂ ਹੀ ਹਾਲਾਤ ਵਿੱਚ ਸੁਧਾਰ ਹੋ ਰਿਹਾ, ਉਸੇ ਤਰ੍ਹਾਂ ਬਜ਼ੁਰਗਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਵੀ ਕੁਝ ਸਮਾਂ ਪਹਿਲਾਂ ਦਿੱਤੀ ਗਈ ਹੈ। ਕੁਝ ਸਮਾਂ ਉਹ ਬਾਹਰ ਆ ਕੇ ਤੁਰ ਫਿਰ ਸਕਦੇ ਨੇ ਤੇ ਨਾਲ ਹੀ ਹੁਣ ਵਿਜ਼ਟਰਸ ਦੇ ਆਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਸਕਦੇ ਨੇ, ਜਿਨ੍ਹਾਂ ਨੂੰ ਲੰਮੇ ਚਿਰ ਤੋਂ ਇਹਨਾਂ ਨੇ ਨਹੀਂ ਦੇਖਿਆ। ਕੱਲ੍ਹ ਤੁਹਾਨੂੰ ਖਬਰ ਦੱਸੀ ਸੀ ਕਿ ਓਨਟਾਰੀਓ ਦੇ ਕਿੰਗਸਟਨ ਵਿੱਚ ਇੱਕ ਸੈਲੂਨ ਦੇ ਅੰਦਰ ਕੋਵਿਡ-19 ਫੈਲਿਆ, ਜਿਸ ਵਾਇਰਸ ਦੇ ਫੈਲਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਵਾਇਰਸ ਹੋ ਗਿਆ। ਪਰ ਕਿੰਗਸਟਨ ਦੇ ਵਿੱਚ ਹੁਣ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਜਾਂਚ ਕਰ ਰਹੇ ਨੇ ਕਿ ਸਿਰਫ ਇੱਕ ਨਹੀਂ, ਹੋਰ ਕਈ ਸੈਲੂਨ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਉੱਥੇ ਕੰਮ ਉਦੋਂ ਵੀ ਚੱਲ ਰਿਹਾ ਸੀ ਜਦੋਂ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਸੈਲੂਨ ਤੇ ਅਜਿਹੇ ਬਿਜ਼ਨਸ ਸਾਰੇ ਬੰਦ ਕਰ ਦਿੱਤੇ ਜਾਣ। ਜਦ ਕਿ ਸਿਰਫ ਪੜਾਅ 2 ਦਾ ਜਦੋਂ ਐਲਾਨ ਹੋਇਆ, ਉਦੋਂ ਤੋਂ ਹੀ ਸੈਲੂਨ ਤੇ ਅਜਿਹੇ ਹੋਰ ਬਿਜ਼ਨਸ ਖੋਲ੍ਹਣ ਨੂੰ ਇਜਾਜ਼ਤ ਮਿਲੀ ਹੈ। ਪਰ ਉਸ ਦੂਜੇ ਪੜਾਅ ਦੇ ਐਲਾਨ ਤੋਂ ਪਹਿਲਾਂ ਹੀ ਕਈ ਪਾਰਲਰ ਚੱਲ ਰਹੇ ਸਨ, ਜਿੱਥੇ ਕਿ ਲੋਕਾਂ ਦੇ ਵੱਲੋਂ ਸਰਵਿਸ ਵੀ ਲਈ ਜਾ ਰਹੀ ਸੀ ਆਪਣੇ ਪੱਧਰ ਦੇ ਉੱਤੇ, ਜਿਸ ਦੇ ਬਾਰੇ ਹੁਣ ਜਾਂਚ ਖੋਲ੍ਹ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰਾਂ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਕੋਵਿਡ-19 ਨੂੰ ਲੈ ਕੇ, ਉਹਨਾਂ ਐਲਾਨਾਂ ਦੀ ਚੇਤਾਵਨੀਆਂ ਜਿਹੜੀਆਂ ਦਿੱਤੀਆਂ ਗਈਆਂ, ਹਦਾਇਤਾਂ ਦਿੱਤੀਆਂ ਗਈਆਂ, ਉਹਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਕਾਫੀ ਸਾਹਮਣੇ ਆਏ। ਕਈ ਬਿਜ਼ਨਸਿਸ ਦੇ ਵੱਲੋਂ ਇਸ ਦੀ ਉਲੰਘਣਾ ਕੀਤੀ ਜਾ ਰਹੀ ਸੀ, ਜਿਸ ਦੇ ਬਾਰੇ ਹੁਣ ਜਾਂਚ ਹੈ ਜੋ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ। ਇਸ ਜਾਂਚ ਦੇ ਸ਼ੁਰੂ ਹੋਣ ਦੇ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਉਹ ਕਿੰਗਸਟਨ ਦੇ ਵਿੱਚ ਉਹਨਾਂ ਸੈਲੂਨਸ ਦੇ ਬਾਰੇ ਜਾਂਚ ਕਰ ਰਹੇ ਨੇ, ਜਿਨ੍ਹਾਂ ਦੇ ਬਾਰੇ ਉਹਨਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਉੱਥੇ ਪਹਿਲਾਂ ਵੀ ਕੰਮ ਹੋ ਰਿਹਾ ਸੀ। ਤਾਂ ਹੀ ਉਹਨਾਂ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਕਰੋਨਾ ਵਾਇਰਸ ਦੇ ਮਰੀਜ਼ ਹੋ ਗਏ, ਕਿਉਂਕਿ ਇੱਕ ਕਾਮੇ ਨੂੰ ਉੱਥੇ ਕਰੋਨਾ ਵਾਇਰਸ ਹੋ ਗਿਆ ਸੀ, ਜਿਸ ਤੋਂ ਉਸਦੇ ਨੇੜੇ ਕੰਮ ਕਰਦੇ ਵਿਅਕਤੀਆਂ ਨੂੰ ਵੀ ਹੋ ਗਿਆ ਤੇ ਕਈ ਗ੍ਰਾਹਕਾਂ ਨੂੰ ਵੀ ਹੋ ਗਿਆ ਤੇ ਅੱਗੇ ਤੋਂ ਅੱਗੇ ਕਾਫੀ ਜ਼ਿਆਦਾ ਮਾਮਲੇ ਉਸ ਆਊਟਬ੍ਰੇਕ ਦੇ ਸਾਹਮਣੇ ਆਏ, ਜਿਸ ਦੇ ਵਿੱਚ ਕੱਲ੍ਹ ਹੀ 5 ਮਾਮਲੇ ਇੱਕੋ ਸੈਲੂਨ ਦੇ ਵਿੱਚ ਨਵੇਂ ਸਾਹਮਣੇ ਆਏ ਸਨ ਤੇ ਹੁਣ ਤੱਕ 30 ਦੇ ਕਰੀਬ ਮਾਮਲੇ ਪਹੁੰਚ ਚੁੱਕੇ ਨੇ, ਜਿਨ੍ਹਾਂ ਨੂੰ ਕੋਵਿਡ-19 ਸੈਲੂਨ ਦੇ ਵਿੱਚੋਂ ਹੋਇਆ। ਹੁਣ ਗੱਲ ਕਰਾਂਗੇ ਸਿਨੇਪਲੈਕਸ ਤੇ ਲੈਂਡਮਾਰਕ ਸਿਨੇਮਾਸ ਦੇ ਬਾਰੇ। ਸਰੀ ਦੇ ਵਿੱਚ ਲੈਂਡਮਾਰਕ ਸਿਨੇਮਾਸ ਜੋ ਗਿਲਫਰਡ ਦੇ ਵਿੱਚ ਹੈ ਤੇ ਸਿਨੇਪਲੈਕਸ ਸਟ੍ਰਾਬੇਰੀ ਹਿੱਲ, ਉਹਨਾਂ ਨੇ ਆਪਣੇ ਸਿਨੇਮਾ ਘਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਯਾਨੀ ਕਿ ਜੁਲਾਈ 3 ਤੋਂ ਸਿਨੇਮਾ ਘਰ ਖੁੱਲ੍ਹ ਰਹੇ ਨੇ, ਜਿੱਥੇ ਕਿ ਨਵੀਆਂ ਤੇ ਪੁਰਾਣੀਆਂ ਜੋ ਫਿਲਮਾਂ ਨੇ ਉਹ ਲਗਾਈਆਂ ਜਾ ਰਹੀਆਂ ਨੇ। ਇਸ ਦੇ ਵਾਸਤੇ ਵੱਖੋ ਵੱਖਰੀਆਂ ਹਦਾਇਤਾਂ ਲੋਕਾਂ ਦੇ ਵਾਸਤੇ ਜਾਰੀ ਕੀਤੀਆਂ ਜਾ ਰਹੀਆਂ ਨੇ। ਜਿੱਥੇ ਕੰਮ ਕਰਨ ਵਾਲੇ ਜੋ ਕਾਮੇ ਹੋਣਗੇ ਉਹ PPE ਕਿਟਸ ਪਾ ਕੇ ਹੀ ਉੱਥੇ ਕੰਮ ਕਰਨਗੇ ਤੇ ਨਾਲ ਹੀ ਇਹ ਵੀ ਹੈ ਕਿ ਸ਼ੋਅ ਟਾਈਮ ਹੈ ਜਿਹੜਾ ਉਹ ਥੋੜ੍ਹੀ ਦੇਰ ਤੋਂ ਬਾਅਦ ਉਸ ਦੇ ਵਿੱਚ ਗੈਪ ਜ਼ਿਆਦਾ ਰੱਖਿਆ ਗਿਆ, ਤਾਂ ਕਿ ਜਦੋਂ ਇੱਕ ਵਾਰ ਥੀਏਟਰ ਦੇ ਵਿੱਚ ਫਿਲਮ ਦੇਖ ਲਈ ਜਾਂਦੀ ਹੈ ਵਿਅਕਤੀਆਂ ਵੱਲੋਂ ਤਾਂ ਅੱਧੇ ਘੰਟੇ ਦੇ ਵਾਸਤੇ ਉੱਥੇ ਸਫਾਈ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਸੈਨੀਟਾਈਜ਼ੇਸ਼ਨ ਤੋਂ ਬਾਅਦ ਅਗਲੀ ਫਿਲਮ ਉੱਥੇ ਲੱਗੇਗੀ। ਤਾਂ ਨਾਲ ਹੀ ਕੁਝ ਸੀਟਾਂ ਛੱਡ ਕੇ ਹੀ ਵਿਅਕਤੀਆਂ ਨੂੰ ਬੈਠਣ ਦੇ ਲਈ ਕਿਹਾ ਜਾਵੇਗਾ। 2 ਇਕੱਠੀਆਂ ਸੀਟਾਂ ਦੇ ਉੱਤੇ 2 ਵਿਅਕਤੀਆਂ ਨੂੰ ਬੈਠਣ ਦੀ ਜੋ ਪਰਿਵਾਰਕ ਮੈਂਬਰ ਹੋਣਗੇ ਇਜਾਜ਼ਤ ਦਿੱਤੀ ਜਾਵੇਗੀ, ਤਾਂ ਉਸ ਤੋਂ ਬਾਅਦ ਕੁਝ ਸੀਟਾਂ ਛੱਡ ਕੇ ਅਗਲਿਆਂ ਨੂੰ। ਤੇ ਸਿਰਫ ਇੰਨਾ ਹੀ ਨਹੀਂ, ਸਗੋਂ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ, ਜਿਸ ਦੇ ਬਾਰੇ ਤੁਸੀਂ ਖੁਦ ਵੀ ਲੈਂਡਮਾਰਕ ਸਿਨੇਮਾਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਂ ਫਿਰ ਸਿਨੇਪਲੈਕਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ, ਕਿਤੇ ਹਰ ਇੱਕ ਲਈ $5 ਦੀ ਟਿਕਟ ਰੱਖੀ ਗਈ ਹੈ। $5 ਵਿੱਚ ਟਿਕਟ ਲੈ ਕੇ ਇਸ ਵੀਕਐਂਡ ਦੇ ਉੱਤੇ ਫਿਲਮ ਦੇਖੀ ਜਾ ਸਕਦੀ ਹੈ। ਕੋਈ ਵੀ ਫਿਲਮ ਹੋਵੇ, ਕੋਈ ਵੀ ਟਿਕਟ ਹੋਵੇ, ਸਾਰਿਆਂ ਦੇ ਵਾਸਤੇ ਇੱਕੋ ਰੇਟ ਰੱਖਿਆ ਗਿਆ ਹੈ ਕਿ ਹਰ ਫਿਲਮ $5 ਦੀ ਹੋਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਕੀ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇੱਕ ਖਾਸ ਪ੍ਰੋਡਕਟ ਦੀ ਰੀਕਾਲ ਦਾ ਐਲਾਨ ਕੀਤਾ ਹੈ। ਫਰੈਸ਼ ਐਕਸਪ੍ਰੈਸ ਕੰਪਨੀ ਨੇ ਆਪਣੇ ਕਈ ਸੈਲਡ ਦੇ ਪ੍ਰੋਡਕਟ ਵਾਪਸ ਮਾਰਕੀਟ ਦੇ ਵਿੱਚੋਂ ਮੰਗਵਾ ਲਏ ਨੇ, ਜਿਸ ਦੇ ਵਿੱਚ ਸਾਈਕਲੋਸਪੋਰਾ ਦੀ ਮੌਜੂਦਗੀ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਜਿਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਸਾਈਕਲੋਸਪੋਰਾ ਦੀ ਮੌਜੂਦਗੀ ਦੇ ਨਾਲ ਸੈਲਡ ਦੇਖਣ ਦੇ ਵਿੱਚ ਖਰਾਬ ਨਹੀਂ ਲੱਗਦਾ ਤੇ ਨਾ ਹੀ ਉਸ ਦੇ ਵਿੱਚੋਂ ਬਦਬੂ ਆਉਂਦੀ ਹੈ, ਪਰ ਜੇਕਰ ਉਸ ਨੂੰ ਖਾਇਆ ਜਾਵੇ ਤਾਂ ਵਿਅਕਤੀ ਬਿਮਾਰ ਹੋ ਸਕਦਾ ਹੈ, ਜਿਸ ਦੇ ਪੇਟ ਦਰਦ ਤੇ ਹੋਰ ਕਈ ਚੀਜ਼ਾਂ ਦੇ ਲੱਛਣ ਨੇ ਜਿਹੜੇ ਉਹ ਦਿਖਾਈ ਦੇ ਸਕਦੇ ਨੇ ਤੇ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਸਕਦੀ ਹੈ। ਕੈਨੇਡਾ ਭਰ ਦੇ ਵਿੱਚ ਰਿਟੇਲਰਸ ਨੂੰ ਵੀ ਇਸ ਦੀ ਜਾਣਕਾਰੀ ਕੰਪਨੀ ਨੇ ਦਿੱਤੀ ਹੈ, ਜਿਸ ਤੋਂ ਬਾਅਦ ਇਹਨਾਂ ਪ੍ਰੋਡਕਟਸ ਨੂੰ ਸ਼ੈਲਫਸ ਤੋਂ ਹਟਾਇਆ ਜਾ ਰਿਹਾ ਹੈ। ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਵੀ ਨਾਗਰਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਵੀ ਤਾਜ਼ਾ ਫਰੈਸ਼ ਐਕਸਪ੍ਰੈਸ ਦੇ ਸੈਲਡ ਖਰੀਦੇ ਨੇ, ਉਹ ਜਿਹੜੀ ਉਹਨਾਂ ਦੇ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ, ਕਈ ਤਸਵੀਰਾਂ ਉਹਨਾਂ ਨੇ ਜਾਰੀ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਜੇਕਰ ਉਹ ਇੱਕ ਮੌਜੂਦ ਹੈ ਤਾਂ ਉਸ ਨੂੰ ਜਾਂ ਸੁੱਟ ਦੇਣ ਜਾਂ ਜਿਹੜੇ ਸਟੋਰ ਤੋਂ ਲਿਆ ਗਿਆ ਹੈ ਉੱਥੇ ਵਾਪਸ ਕਰ ਦੇਣ। ਇਸ ਦੇ ਉੱਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਹੋਰ ਜ਼ਿਆਦਾ ਜਾਂਚ ਵੀ ਕਰ ਰਹੀ ਹੈ। ਹੁਣ ਅੱਗੇ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ
ਉਹ ਸਾਰੀਆਂ ਉਹਨਾਂ ਪ੍ਰੋਡਕਟਸ ਦੀਆਂ ਤਸਵੀਰਾਂ ਨੇ ਜਿਹੜੀਆਂ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾ ਲਏ ਗਏ ਨੇ ਤੇ ਇਹਨਾਂ ਤਸਵੀਰਾਂ ਨੂੰ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਜਾਰੀ ਕੀਤਾ ਹੈ। ਜੇਕਰ ਅਜਿਹਾ ਕੋਈ ਵੀ ਪੈਕੇਟ ਜੋ ਸੈਲਡ ਤੁਸੀਂ ਖਰੀਦ ਕੇ ਲੈ ਕੇ ਆਏ ਹੋਵੋ ਤੁਹਾਡੇ ਕੋਲ ਘਰੇ ਮੌਜੂਦ ਹੋਵੇ ਤਾਂ ਉਸ ਨੂੰ ਸੁੱਟ ਦੇਵੋ ਜਾਂ ਫਿਰ ਸਟੋਰ ਨੂੰ ਵਾਪਸ ਕਰ ਦੇਵੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।